ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪਿਛਲੇ ਸਮੇਂ ਵੀ ਆਪਾਂ ਜ਼ਿਕਰ ਕਰਦੇ ਰਹੇ ਕਈ ਵਾਰ ਇਹਦਾ ਕਿ ਜਿਵੇਂ ਭਾਰਤ ਭੂਸ਼ਣ ਆਸ਼ੂ ਦੇ ਸਮੇਂ ਸੀਗਾ ਕਿ ਉਹ ਅਫਸਰਾਂ ਨਾਲ ਬਦਤਮੀਜ਼ੀ ਨਾਲ ਬੋਲ ਰਿਹਾ ਜਨਤਕ ਥਾਵਾਂ 'ਤੇ, ਜਾਂ ਨਵਜੋਤ ਸਿੱਧੂ ਨੂੰ ਲੈ ਕੇ ਵੀ ਕਈ ਵਾਰ ਹੁੰਦਾ ਰਿਹਾ ਕਿ ਉਹ ਮੀਡੀਆ ਨਾਲ ਜਾਂ ਸਾਥੀਆਂ ਨਾਲ ਓਏ ਤੋਏ ਕਰਕੇ ਬੋਲ ਲੈਂਦਾ। ਕਈ ਹੋਰ ਅਫਸਰਾਂ ਮੰਤਰੀਆਂ ਬਾਰੇ ਵੀ ਚਰਚਾਵਾਂ ਚੱਲਦੀਆਂ ਰਹੀਆਂ, ਪਰ ਹੁਣ ਵਾਲੇ ਜਦੋਂ ਆਮ ਲੋਕਾਂ 'ਚੋਂ ਚੁਣ ਕੇ ਆਏ ਤਾਂ ਕਹਿੰਦੇ ਲੋਕਾਂ ਨੂੰ ਲੱਗਦਾ ਸੀ ਕਿ ਇਹਨਾਂ ਦਾ ਰਾਬਤਾ ਲੋਕਾਂ ਨਾਲ ਵੀ ਅਤੇ ਅਫਸਰਾਂ ਨਾਲ ਵੀ ਚੰਗਾ ਰਹੂਗਾ। ਪਰ ਧਾਲੀਵਾਲ ਹੋਰਾਂ ਨੂੰ ਲੈ ਕੇ ਇੱਕ ਅੱਜ ਕੱਲ੍ਹ ਇੱਕ ਚਿੱਠੀ ਘੁੰਮ ਰਹੀ ਆ, ਮੈਂ ਉਹ ਦੇਖ ਰਿਹਾ ਸੀਗਾ ਕਿ ਰੈਵਨਿਊ ਪੰਜਾਬ ਤੇ ਰੈਵਨਿਊ ਐਸੋਸੀਏਸ਼ਨ ਹੈ ਜਿਹੜੀ, ਉਹਨਾਂ ਨੇ ਇੱਕ ਚਿੱਠੀ ਲਿਖੀ ਆ ਮੁੱਖ ਮੰਤਰੀ ਦੇ ਨਾਂ 'ਤੇ, ਖੁੱਲ੍ਹੀ ਚਿੱਠੀ। ਉਹਨਾਂ ਦੇ ਪ੍ਰਧਾਨ ਨੇ ਗੁਰਦੇਵ ਸਿੰਘ ਅਤੇ ਜਨਰਲ ਸੈਕਟਰੀ ਨੇ ਵਿਜੇ ਬਹਿਲ। ਉਹ ਚਿੱਠੀ ਲਿਖਦੇ ਨੇ ਕਿ ਜਨਤਕ ਸਮਾਗਮਾਂ 'ਚ ਖਾਸ ਕਰ ਜਿਹੜੇ NRI ਵਾਲੇ ਪ੍ਰੋਗਰਾਮ ਹੋ ਰਹੇ ਨੇ ਉਹਨਾਂ 'ਚ ਜਿਸ ਤਰੀਕੇ ਦਾ ਸਲੂਕ ਕਰਦੇ ਨੇ, ਜਿਸ ਤਰੀਕੇ ਦਾ ਵਿਵਹਾਰ ਕਰਦੇ ਨੇ, ਅਤੇ ਉਹਨੂੰ ਥੋੜ੍ਹੀ ਜਿਹੀ ਨਕੇਲ ਪਾਓ। ਇਹ ਚਿੱਠੀ ਦੇ ਹਵਾਲੇ ਨਾਲ ਮੈਂ ਜਾਣਨਾ ਚਾਹੁੰਦਾ ਕਿ ਕੀ ਇਹ ਸੱਤੋਂ ਦਾ ਨਸ਼ਾ ਚੜ੍ਹ ਜਾਂਦਾ ਹੈ ਮੰਤਰੀਆਂ ਸੰਤਰੀਆਂ 'ਤੇ, ਕਿ ਉਹ ਅਫਸਰਾਂ ਨਾਲ ਆਏ ਬੋਲਦੇ ਨੇ, ਜਦੋਂ ਕਿ ਅਫਸਰਾਂ 'ਤੇ ਵੀ ਸਵਾਲ ਰਿਹਾ ਕਿ ਉਹ ਵੀ ਕਈ ਵਾਰ ਆਮ ਜਨਤਾ ਨਾਲ ਉਹੀ ਜਿਹੀ ਡੀਲ ਨਹੀਂ ਕਰਦੇ ਜਿਸ ਕੰਮ ਲਈ ਉਹ ਚੁਣੇ ਜਾਂਦੇ ਨੇ। ਅਸਲ ਦੇ ਵਿੱਚ ਇਹਨਾਂ ਦੌਰਾਨ ਜੇਕਰ ਐਕਟਿਵ ਦੇ ਤੌਰ ਤੇ ਮੰਤਰੀ ਕੋਈ ਦਿਖਾਈ ਦੇ ਰਿਹਾ ਨਾ, ਉਹ ਕੁਲਦੀਪ ਸਿੰਘ ਧਾਲੀਵਾਲ, ਜਿਹਦੇ ਕੋਲ ਪੰਚਾਇਤ ਰੂਰਲ ਡਿਵੈਲਪਮੈਂਟ ਪੰਚਾਇਤ ਡਿਪਾਰਟਮੈਂਟ ਵੀ ਹੈ, ਜਿਹਦੇ ਕੋਲ ਖੇਤੀਬਾੜੀ ਵੀ ਹੈ, ਜਿਹਦੇ ਕੋਲ NRI ਦੇ ਮਾਮਲੇ ਦੇ ਵੀ। ਔਰ ਇਹਨਾਂ ਦਿਨਾਂ 'ਚ 5 ਉਹਨਾਂ ਨੇ ਮਿਲਣੀਆਂ ਰੱਖੀਆਂ NRI ਨਾਲ। ਉਹਦੇ ਤੇ ਵੀ ਕਈ ਇਤਰਾਜ਼ ਇਸ ਲੈਵਲ ਦੇ ਉੱਠੇ ਵੀ ਉਹ NRI ਦਾ ਹੀ ਪੈਸਾ ਲੈ ਕੇ ਮਤਲਬ ਵਰਤ ਕੇ ਇਹਨਾਂ ਦਾ ਖਰਚਾ ਕਰ ਰਹੇ ਨੇ, ਪੰਜਾਬ ਸਰਕਾਰ ਨਹੀਂ ਕਰ ਰਹੀ। ਪਰ ਨਾਲ ਦੀ ਨਾਲ ਹੁਣ ਇੱਕ ਜਿਹੜੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਿਉਂਕਿ NRI ਦੇ ਜਿਹੜੇ ਬਹੁਤੇ ਕੇਸ ਨੇ ਉਹ ਉਹਨਾਂ ਦੀਆਂ ਜਾਇਦਾਦਾਂ ਨਾਲ ਸੰਬੰਧਿਤ ਨੇ, ਬਹੁਤ ਵੱਡੇ ਪੱਧਰ ਤੇ ਕੇਸ ਆਏ, ਪਰ ਜ਼ਿਆਦਾ ਜਾਇਦਾਦਾਂ ਨਾਲ ਸੰਬੰਧਿਤ ਨੇ। ਤਾਂ ਜਾਇਦਾਦਾਂ ਨਾਲ ਸੰਬੰਧਿਤ ਦਾ ਮਾਮਲਾ ਲਾਜ਼ਮੀ ਹੈ ਕਿ ਸਿੱਧੇ ਤੌਰ ਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਨਾਲ ਵੀ ਗੱਲ ਜੁੜੀ ਹੁੰਦੀ ਹੈ ਕਿਤੇ ਨਾ ਕਿਤੇ। ਔਰ ਇਹਨਾਂ ਦਿਨਾਂ ਦੇ ਵਿੱਚ ਉਹ ਸਾਰੇ ਅਫਸਰਾਂ ਨੂੰ ਵੀ ਬੁਲਾਉਂਦੇ ਨੇ, ਇੱਕ ਸਾਂਝਾ ਜਿਹਾ ਇੱਕ ਸਿਸਟਮ ਕਰਦੇ ਨੇ, ਪੁਲਿਸ ਅਫਸਰ ਵੀ ਵਿੱਚ, ਜਿਹੜੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਵੀ, ਹੋਰ ਵੀ ਸਾਰੇ ਬੈਠਦੇ ਨੇ। ਇਹਨਾਂ ਨੇ ਹੁਣ ਇਹ ਜਿਹੜੇ ਮਾਲ ਵਿਭਾਗ ਦੇ ਅਫਸਰ ਨੇ, ਇਹਨਾਂ ਨੇ ਇੱਕ ਚਿੱਠੀ ਲਿਖੀ ਹੈ, ਉਹ ਲਗਭਗ ਨਾਮ ਦਿੱਤੇ ਨੇ ਬੰਦਿਆਂ ਦੇ ਕਿ ਕਿਸ ਤਰੀਕੇ ਦੇ ਨਾਲ ਮਿਨਿਸਟਰ ਨੇ ਇਹ ਕਹਿਤਾ ਕਿ SSP ਤੇ DC ਨੂੰ ਲੁਧਿਆਣੇ ਦੇ ਵਿੱਚ ਕਿ ਫਲਾਨਾ ਬੰਦਾ ਜਿਹੜਾ ਤਹਿਸੀਲਦਾਰ ਹੈ ਇਹਨੂੰ ਹੁਣੇ ਅਰੈਸਟ ਕਰੋ, ਜਾਂ ਕਈਆਂ ਨੂੰ ਸਸਪੈਂਡ ਕਰਨ ਦਾ, ਕਈਆਂ ਨੂੰ ਵੱਖ-ਵੱਖ ਕਰਨ ਦਾ। ਇਹ ਅੱਧੀ ਦਰਜਨ ਤੋਂ ਵੱਧ ਮਾਮਲੇ ਇਹਨਾਂ ਦਿਨਾਂ ਦੇ ਵਿੱਚ ਨੇ ਨਾਇਬ ਤਹਿਸੀਲਦਾਰਾਂ ਦਾ, ਤਹਿਸੀਲਦਾਰਾਂ ਦੇ ਵੀ, ਜਿਹੜੀ ਉਹ ਇਹ ਕਹਿ ਰਹੇ ਨੇ ਕਿ ਇੱਕ ਲੀਗਲ ਪੈਟਰਨ ਹੁੰਦਾ, ਇੱਕ ਸਿਸਟਮ ਹੁੰਦਾ, ਜਾਂ ਇੱਕ ਪ੍ਰਕਿਰਿਆ ਹੁੰਦੀ ਹੈ ਪ੍ਰਸ਼ਾਸਨ ਦੀ, ਬਿਨਾਂ ਕਿਸੇ ਦੀ ਜਾਂਚ ਕੀਤੇ, ਬਿਨਾਂ ਫੈਕਟ ਫਿਗਰ, ਬਿਨਾਂ ਕਿਸੇ ਦੋਸ਼ ਸਾਬਤ ਕੀਤੇ ਜਿਹੜੀਆਂ ਚੀਜ਼ਾਂ, ਜਿਹੜੇ ਫੈਸਲੇ ਨੇ ਇਹ ਹੁਕਮ ਕਿਵੇਂ। ਔਰ ਨਾਲ ਦੀ ਨਾਲ ਦੂਜਾ ਇਤਰਾਜ਼ ਉਹਨਾਂ ਦਾ ਇਹ ਹੈ ਇਸ ਮਾਮਲੇ ਦੇ ਵਿੱਚ ਕਿ ਜਿਹੜਾ ਸਲੀਕਾ ਵਿਵਹਾਰ ਹੈ, ਇੱਕ ਸਲੀਕਾ ਹੁੰਦਾ ਪ੍ਰਸ਼ਾਸਨ ਦਾ, ਪਬਲਿਕਲੀ ਤੁਸੀਂ ਅਫਸਰ ਨੂੰ ਮਤਲਬ ਜਿਸ ਢੰਗ ਨਾਲ ਬੋਲਦੇ ਹੋ, ਜਿਹੜੀ ਰਫ ਲੈਂਗੁਏਜ ਆ ਜਿਸ ਲੈਵਲ ਤੇ, ਉਹ ਸਾਰਿਆਂ ਨੂੰ ਡਿਮੋਰਲਾਈਜ਼ ਕਰਦੀ ਹੈ। ਮਤਲਬ ਉਹਨਾਂ ਦੀ ਮੋਰੈਲਿਟੀ ਉਸ ਲੈਵਲ ਤੇ ਕਿ ਉਹਨੂੰ ਚੈੱਕ ਕੀਤਾ ਜਾਣਾ ਚਾਹੀਦਾ। ਔਰ ਇਹਦੇ ਨਾਲ ਦੀ ਨਾਲ ਕੁਝ ਮਾਮਲੇ ਹੋਰ ਵੀ ਨੇ ਜਿਹੜੇ ਮੰਤਰੀ ਤੋਂ ਇਲਾਵਾ ਵੀ ਉਹਨਾਂ ਨੇ ਉਠਾਏ, ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਦੇ। ਉਹਨਾਂ ਦਾ ਕਹਿਣਾ ਕਿ ਜਿਹੜੇ ਰਜਿਸਟਰਾਰ ਦੇ ਮਤਲਬ ਤਾਕਤ ਦੇਣੀ ਹੁੰਦੀ ਹੈ ਸਬ ਰਜਿਸਟਰਾਰ ਨੂੰ ਜਾਂ ਬਾਕੀ ਨੂੰ, ਉਹ DC ਜਾਂ ਬਾਕੀ ਦੇ ਹੁੰਦੀ ਹੈ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਪਸ ਲੈ ਲਈਆਂ ਨੇ ਕਈ ਮਾਮਲਿਆਂ 'ਚ, ਉਹ ਮੋਗੇ 'ਚ ਵੀ, ਉਹ ਮਲੇਰਕੋਟਲੇ 'ਚ ਵੀ, ਉਹ ਵੱਖ-ਵੱਖ ਥਾਵਾਂ ਦੇ ਉੱਤੇ, ਔਰ ਉਹਨਾਂ 'ਚੋਂ ਕੁਝ ਬੰਦੇ ਹਾਈ ਕੋਰਟ ਚਲੇ ਗਏ। ਠੀਕ ਹੈ ਜੀ। 2 ਬੰਦਿਆਂ ਨੂੰ ਹਾਈ ਕੋਰਟ ਨੇ ਉਹ ਬਹਾਲ ਕਰਤੀ, ਉਹਨਾਂ ਦੀ ਜਿਹੜੀ ਰਜਿਸਟਰਾਰ ਦੀ ਪਾਵਰ ਸੀ, ਸਬ ਰਜਿਸਟਰਾਰ ਦੀ। ਉਹ ਕਹਿੰਦੇ ਨੇ ਹੁਣ ਦਬਾਅ ਸਾਡੇ ਇੰਨਾ ਪਾਇਆ ਜਾ ਰਿਹਾ ਬੰਦਿਆਂ ਤੇ ਕਿ ਤੁਸੀਂ ਹਾਈ ਕੋਰਟ 'ਚੋਂ ਵਾਪਸ ਲਓ। ਇਹ ਜਿਹੜੇ ਕੁਝ ਮੁੱਦੇ ਇਹ ਦੱਸ ਰਹੇ ਨੇ ਕਿ ਇਹਦਾ ਮਤਲਬ ਸਰਕਾਰ ਤੇ ਪ੍ਰਸ਼ਾਸਨ 'ਚ ਜਿਹੜਾ ਤਾਲਮੇਲ ਦਾ ਇੱਕ ਵਿਵਹਾਰ ਦਾ ਜਿਹੜੀ ਤਰੀਕਾ, ਉਹ ਅਜੇ ਕਾਫੀ ਸਮੱਸਿਆਦਾਇਕ ਹੈ। ਮਤਲਬ ਸ਼ੁਰੂ ਤੋਂ ਹੀ ਜਿੱਦਣ ਤੋਂ ਹੋਂਦ ਚਾਹੀ ਹੈ ਤਦ ਤੋਂ ਹੀ ਇਹ ਮਸਲਾ ਚੱਲ ਰਿਹਾ, ਤਾਲਮੇਲ ਨਹੀਂ ਬੈਠ ਰਿਹਾ, ਜਾਂ ਕੋਈ ਹੋਰ ਪਹਿਲੂ ਇਹਦੇ ਪਿੱਛੇ, ਕੋਈ ਹੋਰ ਕਾਰਨ ਹੈ? ਕਿਉਂਕਿ ਰੈਵਨਿਊ ਵਿਭਾਗ ਦੇ ਉੱਤੇ ਵੀ ਕਿੰਨੇ ਸਵਾਲੇ ਚਿੰਨ੍ਹ ਲੱਗਦੇ ਰਹਿੰਦੇ ਨੇ, ਇਹ ਵੀ ਤਾਂ ਇੱਕ ਪਹਿਲੂ ਹੈਗਾ ਨਾ। ਤੇ ਉਹ ਤੋਂ ਵੀ ਪਹਿਲਾਂ ਇੱਕ ਗੱਲ ਜਿਹੜੀ ਮੈਂ ਪਹਿਲੀ ਗੱਲ ਕੰਪਲੀਟ ਕਰਾਂ, ਉਹ ਇਹ ਹੈ ਕਿ ਇਹਨਾਂ ਨੇ ਫਿਰ ਚਿੱਠੀ ਲਿਖੀ ਹੈ, ਖੁੱਲੀ ਚਿੱਠੀ। ਖੁੱਲੀ ਚਿੱਠੀ ਦੇ ਨਾਂ ਤੇ ਲਿਖਿਆ ਗਿਆ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਨੰਬਰ 1 ਕਾਪੀ, ਜਿਹੜਾ ਮਾਲ ਵਿਭਾਗ ਦਾ ਮੰਤਰੀ ਹੈ ਨੰਬਰ 2 ਉਹਨੂੰ, ਜਿਹੜਾ ਐਡੀਸ਼ਨਲ ਚੀਫ ਸੈਕਟਰੀ ਹੈ ਮਾਲ ਵਿਭਾਗ ਦਾ ਉਹਨੂੰ, ਇਹ ਸਾਰਿਆਂ ਨੂੰ ਲਿਖੀ ਗਈ ਹੈ ਕਿ ਇਹ ਤੁਰੰਤ ਜਿਹੜੇ ਆਪਣੇ MLA ਔਰ ਮੰਤਰੀਆਂ ਨੂੰ ਔਰ ਹੋਰ ਸੀਨੀਅਰ ਅਧਿਕਾਰੀਆਂ ਨੂੰ
ਘੱਟੋ ਘੱਟ ਇੱਕ ਹਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਇੱਕ ਤਾਂ ਉਹ ਪਬਲਿਕਲੀ ਮਤਲਬ ਜਿਹੜੇ ਇਹ ਅਫਸਰ ਨੇ ਇਹਨਾਂ ਨੂੰ ਡਿਮੋਰਲਾਈਜ਼ ਨਾ ਕਰਨ। ਜਿਹੜਾ ਇੱਕ ਤਰੀਕਾ ਹੁੰਦਾ ਲਿਖਤ ਪੜ੍ਹਤ ਦਾ ਜਾਂ ਕੋਈ ਅੰਦਰ ਤੁਸੀਂ ਗੱਲ ਕਰ ਰਹੇ ਹੋ ਉਹ ਇੱਕ ਅਲੱਗ ਤਰੀਕਾ ਹੁੰਦਾ। ਜੇ ਕੋਈ ਦੋਸ਼ੀ ਪਾਇਆ ਜਾਂਦਾ ਹੋਣਾ ਹੋਰ ਚੀਜ਼ ਹੈ, ਜਨਤਕ ਉਹਨਾਂ ਦੀ ਉਹ ਜਿਹੜਾ ਮੁੱਦਾ ਹੈ ਕੋਈ ਸ਼ਿਕਾਇਤ ਕਰਦਾ ਉਸ ਮੁੱਦੇ ਦੀ ਜਾਂਚ ਹੋਵੇ, ਜਾਂਚ ਹੋਣ ਤੋਂ ਬਾਅਦ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਨੂੰ ਸਜ਼ਾ ਹੋਵੇ, ਹੈ ਨਾ। ਗੱਲ ਕੋਈ ਐ ਨਹੀਂ ਹੈ ਕਿ ਤਹਿਸੀਲਦਾਰ ਬਿਲਕੁਲ ਸਾਰੇ ਦੁੱਧ ਧੋਤੇ ਨੇ। ਹਾਲਾਂਕਿ ਐਲੀਗੇਸ਼ਨ ਤਾਂ ਇਲਜ਼ਾਮ ਚਾਹੇ ਉਹਨਾਂ ਚੋਂ ਕਿੰਨਿਆਂ ਦੇ ਠੀਕ ਵੀ ਹੋਣਗੇ, ਕਿੰਨਿਆਂ ਦੇ ਗਲਤ ਵੀ ਹੋਣਗੇ। ਨਾਲ ਦੀ ਨਾਲ ਉਹ ਇਹ ਕਹਿ ਰਹੇ ਨੇ ਕਿ ਜਿਹੜੇ NRI ਦੀਆਂ ਜਿਹੜੀਆਂ ਜ਼ਮੀਨਾਂ ਦਾ ਜਾਇਦਾਦਾਂ ਦਾ ਮਾਮਲਾ ਹੈ ਉਹਨਾਂ ਚੋਂ ਜ਼ਿਆਦਾ ਕੇਸ ਉਹਨਾਂ ਦੇ ਆਪਣੇ ਹੀ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨਾਲ ਜਿਹੜੇ ਸੰਬੰਧਾਂ ਦਾ ਸਵਾਲ ਹੈ, ਤੇ ਦੂਜਾ ਕੁਝ ਹੋਰ ਨੈਕਸਸ ਦਾ। ਇਹਦੇ ਚ ਕੱਲਾ ਰੈਵਨਿਊ ਵਾਲਾ ਮਾਮਲਾ, ਕੱਲੇ ਬੰਦੇ ਨਹੀਂ ਤਹਿਸੀਲਦਾਰ ਤੇ ਜਾਏ ਨੇ, ਬਿਲਕੁਲ ਉਹ ਹੋਰ ਬੰਦੇ ਵੀ, ਉਹ ਚ ਪੁਲਿਸ ਵੀ ਸ਼ਾਮਲ ਹੋਏਗੀ, ਉਹਦੇ ਚ ਬਾਕੀ ਬੰਦੇ ਵੀ ਸ਼ਾਮਲ ਹੋਣਗੇ, ਕਿੰਨੇ ਬੰਦੇ ਸ਼ਾਮਲ ਹੋਣਗੇ। ਇੱਕ ਤਾਂ ਇਹ ਤਰੀਕਿਆਂ ਦਾ ਉਹਨਾਂ ਦਾ ਇੱਕ ਸੁਜੈਸ਼ਨ ਹੈ ਓਪਨ। ਇੱਕ ਅਗਲੀ ਗੱਲ ਹੋਰ ਹੈ ਜਿਹੜੀ ਆਬਜੈਕਸ਼ਨੇਬਲ ਜਾਂ ਆਬਜੈਕਸ਼ਨੇਬਲ ਨਾ ਕਹੋ ਤੇ ਇੰਟਰਸਟਿੰਗ ਹੈ, ਉਹ ਇਹ ਹੈ ਕਿ ਇਹ ਇੱਕ ਐਡੀ ਵੱਡੀ ਯੂਨੀਅਨ, ਮਾਲ ਵਿਭਾਗ ਦੇ ਇੰਨੇ ਮੰਤਰੀ ਜਿਹੜੇ ਸਰਕਾਰ ਦੀ ਸਾਰ ਅਗਵਾਂਗ ਹੁੰਦੇ ਨੇ, ਜਿਹੜੇ ਪੈਸਾ ਵੀ ਕਮਾਉਂਦੇ, ਰਜਿਸਟਰੀਆਂ ਕਰਦੇ ਨੇ, ਅਧਿਕਾਰੀ ਮਾਲ ਵਿਭਾਗ ਦੇ, ਇਹਨਾਂ ਨੂੰ ਖੁੱਲਾ ਪੱਤਰ ਕਿਉਂ ਲਿਖਣਾ ਪੈ ਰਿਹਾ ਹੈ? ਇਹ ਸਿੱਧੀ ਪਹੁੰਚ ਕਿਉਂ ਨਹੀਂ? ਇਹਦਾ ਮਤਲਬ ਸਿੱਧੇ ਕੋਈ ਮੰਤਰੀ ਨਹੀਂ ਸੁਣ ਰਿਹਾ ਗੱਲ, ਚੀਫ ਮਿਨਿਸਟਰ ਕਦੇ ਉਹਨਾਂ ਨਾਲ ਮੀਟਿੰਗ ਨਹੀਂ ਕਰ ਰਿਹਾ, ਜਾਂ ਉਹ ਗੱਲ ਦੱਸਣਾ ਚਾਹਣ ਕੋਈ ਸੁਣਵਾਈ ਨਹੀਂ ਹੋ ਰਹੀ, ਤਾਂ ਓਪਨ ਜਾਂਦੀ ਹੈ ਨਾ ਖੁੱਲੀ ਚਿੱਠੀ। ਖੁੱਲੀ ਚਿੱਠੀ ਦਾ ਮਤਲਬ ਪਬਲਿਕ ਦੇ ਵਿੱਚ ਵਿਭਾਗੀ ਚਿੱਠੀ ਕਿਉਂ ਨਹੀਂ ਲਿਖੀ? ਹਾਂ, ਇਹ ਜਿਹੜਾ ਇੱਕ ਮਾਮਲਾ, ਇਹ ਸਵਾਲ ਸਰਕਾਰ ਦੀ ਕਾਰਗੁਜ਼ਾਰੀ ਤੇ ਖੜਾ। ਅਗਲਾ ਸਵਾਲ ਜਿਹੜਾ ਤੁਹਾਡਾ ਦੂਜਾ ਕਿ ਸ਼ੁਰੂ ਚ ਜਦੋਂ ਸਰਕਾਰ ਆਈ ਹੈ ਤਦ ਤੋਂ ਹੀ ਕਈ MLA ਨੂੰ ਤਾਂ ਇਹ ਲੱਗਿਆ ਵੀ ਪਤਾ ਨਹੀਂ ਹੁਣ ਆਪਣੀ ਚੱਲੂਗੀ, ਕੋਈ ਸਕੂਲ ਚ ਵੜ ਗਿਆ, ਕੋਈ ਹਸਪਤਾਲ ਚ ਮੈਂ ਚੈੱਕ ਕਰ ਰਿਹਾ, ਮੈਂ ਆਹ ਕਰ ਰਿਹਾ। ਉਹਦੇ ਚੋਂ ਫਿਰ ਸਾਰੇ ਮੁਲਾਜ਼ਮਾਂ ਦੇ ਵਿੱਚ ਹੀ ਤੁਸੀਂ ਦੇਖੋ ਸਕੂਲਾਂ ਚ DTF ਵਗੈਰਾ ਦੇ ਵਿਰੋਧ ਕੀਤਾ, ਵੱਖ-ਵੱਖ ਥਾਵਾਂ ਤੇ ਹੋਰ ਜਥੇਬੰਦੀਆਂ ਨੇ, ਹਸਪਤਾਲਾਂ ਚ ਵੀ ਜਾਂ ਵੱਖ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਫਿਰ ਇੱਕ ਗੱਲ ਸਾਹਮਣੇ ਆਈ। ਫਿਰ ਸਰਕਾਰ ਨੂੰ ਇਹ ਕਹਿਣਾ ਪਿਆ ਕਿ ਤੁਸੀਂ ਐਂ ਚੈੱਕ ਨਹੀਂ ਕਰ ਸਕਦੇ ਜਾ ਕੇ, ਤੁਸੀਂ ਸਾਨੂੰ ਦੱਸੋ, ਅਸੀਂ ਠੀਕ ਕਰਾਂਗੇ। MLA ਨੂੰ ਕਿਹਾ ਜਾਂ ਬਾਕੀਆਂ ਨੂੰ ਕਿਹਾ ਜਾ ਕੇ, ਉਹ ਇੱਕ ਹੱਦ ਤੱਕ ਹਟੇ। ਫਿਰ ਕਿੰਨੇ ਰੌਲੇ ਹੋਰ ਪਏ ਨੇ। ਉਹ ਰੌਲਾ ਤੁਹਾਡੇ ਸਾਹਮਣੇ ਆ ਕਿ ਵਾਈਸ ਚਾਂਸਲਰ ਦਾ ਤੇ ਮਿਨਿਸਟਰ ਦਾ ਪਿਆ, ਤੇ ਜਿਸ ਢੰਗ ਨਾਲ ਜਿਹੜਾ ਮੈਡੀਕਲ ਐਜੂਕੇਸ਼ਨ ਦਾ ਮਿਨਿਸਟਰ ਹੈ ਤੇ ਡਾਕਟਰ ਰਾਜ ਬਹਾਦਰ ਦਾ ਜਿੰਨੀ ਕੰਟਰੋਵਰਸੀ, ਜਿੰਨਾ ਰੌਲਾ ਚੱਲਿਆ, ਕੁਐਸਚਨ ਇਹ ਨਹੀਂ ਕਿ ਤੁਸੀਂ ਠੀਕ ਕਰ ਰਹੇ ਹੋ ਜਾਂ ਨਹੀਂ ਕਰ ਰਹੇ, ਸਵਾਲ ਵਿਹਾਰ ਦਾ ਸਾਹਮਣੇ ਵਾਲੇ ਬੰਦਿਆਂ ਨਾਲ ਵੀ ਤੁਸੀਂ ਕਿਸ ਢੰਗ ਨਾਲ ਵਿਚਰੋਗੇ, ਕਿਸ ਢੰਗ ਨਾਲ ਨਹੀਂ, ਉਹ ਸਵਾਲ ਹੈ। ਔਰ ਇਸੇ ਕਰਕੇ ਇਹ ਹੈ ਕਿ ਤੁਹਾਨੂੰ ਅਜੇ ਤੱਕ MLA ਦਾ, ਮੰਤਰੀ ਦਾ ਇੱਕ ਦਾਇਰਾ, ਕੀ ਰੋਲ ਹੈ, ਕਿਸ ਢੰਗ ਨਾਲ ਨਿਭਾਉਣਾ ਹੈ, ਫਿਰ ਪ੍ਰਸ਼ਾਸਨਿਕ ਢਾਂਚੇ ਦਾ। ਆਪਾਂ ਪਹਿਲਾਂ ਵੀ ਇੱਕ ਦੋ ਵਾਰ ਗੱਲ ਕੀਤੀ ਹੈ, ਕਿਤੇ ਟ੍ਰੇਨਿੰਗ ਦੀ ਖਾਮੀ ਤਾਂ ਨਹੀਂ, ਕਿਤੇ ਕਿਸੇ ਨੂੰ ਸਮਝਾਉਣ ਤਿਆਰ ਕਰਨ ਦੀ ਲੋੜ ਤਾਂ ਨਹੀਂ, ਕਿ ਲੱਗਦਾ ਤੁਹਾਨੂੰ MLA ਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਹੱਦ ਬੰਨਾ ਕਿੰਨਾ ਹੈ, ਸਾਡਾ ਦਾਇਰਾ ਕਿਹੜਾ ਹੈ, ਮੰਤਰੀਆਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਅਧਿਕਾਰ ਕੀ ਨੇ, ਅਸੀਂ ਕਿਵੇਂ ਵਿਚਰਨਾ, ਕਿਵੇਂ, ਕਿ ਇਹਦੀ ਵੀ ਕੋਈ ਟ੍ਰੇਨਿੰਗ ਦੀ ਲੋੜ ਹੈ। ਹੁਣ ਇਹ ਕਹਿੰਦੇ ਪ੍ਰਿੰਸੀਪਲ ਭੇਜਣੇ ਆ ਸਿੰਗਾਪੁਰ ਟ੍ਰੇਨਿੰਗ ਦੇਣ ਦੇ ਲਈ, ਜਦੋਂ ਕਿ ਪੰਜਾਬ ਕਹਿੰਦੇ ਕਿ ਨੰਬਰ 1 ਸੂਬਾ ਪਹਿਲੇ ਸਿੱਖਿਆ, ਕੀ ਹੁਣ ਮੰਤਰੀਆਂ ਸੰਤਰੀਆਂ MLA ਨੂੰ ਭੇਜਣਾ ਪਿਆ ਕਰੂ ਕਿਤੇ ਟ੍ਰੇਨਿੰਗ ਲਈ? ਨਹੀਂ, ਕੇਵਲ ਟ੍ਰੇਨਿੰਗ ਦਾ ਮਸਲਾ ਨਹੀਂ ਹੈ, ਮੈਨੂੰ ਲੱਗਦਾ ਟ੍ਰੇਨਿੰਗ ਦਾ ਇੱਕ ਮਸਲਾ ਹੈਗਾ, ਹੋਰ ਗੱਲਾਂ 'ਚ ਹੈ ਬਹੁਤ 'ਚ ਗੱਲਾਂ। ਤਾਂ ਇਦੋਂ ਪਹਿਲਾਂ ਭਾਰਤ ਭੂਸ਼ਣ ਆਸੂ ਨੇ DO ਜਿਹੜੀ ਡਿਸਟ੍ਰਿਕਟ ਐਜੂਕੇਸ਼ਨ ਅਫਸਰ BBC ਉਹਦੇ ਨਾਲ ਕਿਵੇਂ ਕੀਤਾ, ਤੇ ਹੋਰ ਕਈਆਂ ਨਾਲ ਆਹੀ DSP ਜਿਹੜਾ ਰਿਟਾਇਰ ਹੈ ਇਹਦੇ ਨਾਲ ਜਿਹੜੀ ਤੂੰ ਮੈਂ ਉਹ IDO ਆਈ ਸੀ, ਉਸ ਲੈਵਲ ਤੇ ਕਿਵੇਂ ਆਈ ਕਿ ਕੋਰਟ ਕੀ ਕਹਿੰਦੀ ਆ, ਉੱਪਰ ਡਿੱਗਦੀ ਹੈ ਕਿ ਜਿਹੜਾ ਉਹ ਹੈ। ਔਰ ਇਸੇ ਤਰ੍ਹਾਂ ਬੈਂਸਾ ਨੇ ਉਦੋਂ ਜਿਹੜਾ ਨਾਇਬ ਤਹਿਸੀਲਦਾਰ ਇੱਕ ਜਾਂ ਤਹਿਸੀਲਦਾਰ ਸੀਗੇ ਬੇਨੀਪਾਲ, ਉਹਦੀ ਜਿਹੜੀ ਕੁੱਟਮਾਰ ਤੇ ਫਿਰ ਹਰੇਕ ਜਗ੍ਹਾ ਜਿਹੜਾ ਉਸ ਲੈਵਲ ਦੇ ਉੱਤੇ ਜਾਂਦੇ ਸੀ। ਤੇ ਇਹਦੇ ਤੋਂ ਬਿਨਾਂ ਵੀ ਕਿੰਨੇ ਹੋਰ ਜਿਹੜੇ ਮੰਤਰੀ ਸੀ ਉਹਨਾਂ ਦੀ ਗਾਲੀ ਗਲੋਚ ਜਾਂ ਜਿਸ ਲੈਵਲ ਦਾ ਵਿਵਹਾਰ ਸੀ, ਇਹ ਵਾਰ-ਵਾਰ ਚੱਲਦਾ। ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਲੋਕਾਂ ਨੂੰ ਵੀ ਇੱਕ ਦਿਖਾਵਾ ਕਰਦੇ ਹੋ, ਜੇ ਕੋਈ ਤੁਹਾਨੂੰ ਤਾਕਤ ਦਾ ਮੁਜ਼ਾਹਰਾ ਕਰਦੇ ਹੋ। ਹੁਣ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਹੋਰ ਪ੍ਰੈਸ਼ਰ ਹੈ, ਉਹ ਪ੍ਰੈਸ਼ਰ ਇਹ ਹੈ, ਇਹ ਕਹਿੰਦੇ ਨੇ ਜੀ ਅਸੀਂ ਤਾਂ ਲੋਕਾਂ ਦੇ ਬਦਲਾਅ ਲਿਆਂਦਾ, ਤਾਂ ਬਦਲਾਅ ਹੁਣ ਐਕਸ਼ਨ 'ਚੋਂ ਤਾਂ ਨਜ਼ਰ ਨਹੀਂ ਆਉਂਦਾ। ਉਹ ਬਦਲਾਅ ਫਿਰ ਗੱਲਾਂ ਬਾਤਾਂ 'ਚ ਵੀਡੀਓ ਪਾ ਕੇ ਤਾਂ ਗੱਲ ਨਜ਼ਰ ਆਉਣਾ ਚਾਹੀਦਾ। ਔਰ ਇਹਨਾਂ ਦਿਨਾਂ ਦੇ ਵਿੱਚ ਇੱਕ ਇਦੋਂ ਪਹਿਲਾਂ ਇੱਕ ਹੋਰ ਵੀ ਅਨਮੋਲ ਗਗਨ ਮਾਨ ਦੀ ਇੱਕ ਵੀਡੀਓ ਆਈ ਸੀ, ਉਹਨਾਂ ਨੇ ਸ਼ਾਇਦ ਆਪ ਹੀ ਪਵਾਈ ਸੀ ਉਹ, ਔਰ ਅਫਸਰ ਨੂੰ ਉਹ ਫੜ ਕੇ ਕਹਿ ਰਹੇ ਵੀ ਤੁਸੀਂ ਕੀ ਕਰ ਰਹੇ ਹੋ, ਤੁਸੀਂ ਨਾਲ ਮਿਲੇ ਹੋ, ਤੁਸੀਂ ਫਲਾਨਾ ਜੇ ਉਹ। ਇਹ ਚੀਜ਼ਾਂ 'ਚ ਐਕਸ਼ਨ ਝਲਕਣਾ ਚਾਹੀਦਾ ਭਾਈ। ਜਵਾਨੀ ਤੋਂ ਬਾਅਦ ਕੀ ਹੋਈ? ਕੋਈ ਕਾਰਵਾਈ ਦਰੁਸਤ ਹੋਇਆ ਕੀਤੀ, ਉਹਦੀ ਜਾਂਚ ਕੀਤੀ, ਜਾਂਚ ਕਰਕੇ ਉਹਨੂੰ ਕੋਈ ਸਜ਼ਾ ਮਿਲੀ, ਸਜ਼ਾ ਮਿਲਣ ਤੋਂ ਬਾਅਦ ਲੋਕਾਂ ਨੂੰ ਦੱਸੋ ਕਿ ਅਸੀਂ ਆਹ ਇੰਨੇ ਐਕਸ਼ਨ ਕੀਤੇ ਨੇ, ਇੰਨੇ ਬੰਦਿਆਂ ਦੇ ਖਿਲਾਫ ਆਹ ਕਾਰਵਾਈ ਤੁਹਾਡੇ ਸਾਹਮਣੇ ਹੋ ਗਈ। ਹੁਣ ਤੁਸੀਂ ਸਸਪੈਂਡ ਕਰ ਦੋ ਕਿਸੇ ਨੂੰ ਜਾਂ ਕੁਛ ਕਰ ਦੋ ਕੱਲਾ, ਬਿਨਾਂ ਉਹਦੇ ਤੋਂ, ਬਿਨਾਂ ਉਹਨੂੰ ਮੌਕਾ ਦਿੱਤੇ। ਇਹਦਾ ਮਤਲਬ ਇਹ ਹੁੰਦਾ ਕਿ ਲੋਕਾਂ ਚਾਰੀ ਤਾਂ ਖਪਤ ਹੋ ਗਈ ਤੁਹਾਡੀ ਜਵਾਨੀ ਜਮਾ ਖਰਚ, ਉਦੋਂ ਬਾਅਦ ਉਹ ਕਾਨੂੰਨ ਦਾ ਸਹਾਰਾ ਲੈ ਕੇ ਫਿਰ ਵਾਪਸ ਆ ਜਾਓ, ਕਿਉਂਕਿ ਤੁਸੀਂ ਉਹਨੂੰ ਨੈਚੁਰਲ ਸਜ਼ਾ ਵੀ ਨਹੀਂ ਦਿੱਤੀ, ਨੈਚੁਰਲ ਮੌਕਾ ਨਹੀਂ ਦਿੱਤਾ। ਜਿਹੜੇ ਇਹ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ ਕਿਸੇ ਬੰਦੇ ਨੂੰ
ਜਸਟਿਸ ਦੇ ਦਾ ਪੈਮਾਨਾ ਕਹਿੰਦਾ ਕਿ ਉਹ ਜਿਹਤੇ ਦੋਸ਼ ਲੱਗਦਾ ਉਹਨੂੰ ਇੱਕ ਮੌਕਾ ਦਿੰਦੇ ਹੋ ਆਪਣੀ ਗੱਲ ਕਹਿਣ ਦਾ। ਉਹ ਇੱਕ ਪ੍ਰੋਸੈਸ ਕਰੋ, ਪ੍ਰੋਸੈਸ ਕੰਪਲੀਟ ਕਰੋ, ਜੇ ਉਹਦੀ ਗੱਲ ਨਾਲ ਸਹਿਮਤ ਨਹੀਂ ਉਦੋਂ ਬਾਅਦ ਕਾਰਵਾਈ ਕਰੋ। ਇਹ ਇੱਕ ਦਿੱਕਤ ਜਿਹੜੀ ਹੈ ਸਾਰੇ ਕਿਤੇ ਸਾਡੇ ਦਿਖਾਈ ਦੇ ਰਹੀ ਹੈ। ਈਵਨ ਕਿਹਾ ਤਾਂ ਇਹ ਵੀ ਜਾ ਰਿਹਾ, ਅੱਜ ਕੱਲ੍ਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਮਿਨਿਸਟਰ ਹੈ ਉਹ ਆਪਣਾ ਮਾਨਸਾ ਵਾਲਾ ਜਿਹੜਾ ਮਿਨਿਸਟਰ ਨੂੰ ਕੱਲਾ ਫੜਾਤਾ ਸੀ ਵਿਜੀਲੈਂਸ ਨੂੰ ਜਾ ਕੇ, ਹਾਂਜੀ ਵਿਜੇ ਸਿੰਗਲੇ ਵਾਲਾ, ਤੇ ਉਹ ਮਿਨਿਸਟਰ ਦੇ ਬਾਰੇ ਵਿੱਚ ਵੀ ਇਹ ਕਿਹਾ ਜਾਂਦਾ। ਹੁਣ ਅੱਜ ਕੱਲ੍ਹ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ ਨਿਕਲ ਕੇ, ਉਹ ਕਹਿੰਦੇ ਨੇ ਵੀ ਚੀਫ ਮਿਨਿਸਟਰ ਤਾਂ ਉਹਨਾਂ ਨੂੰ ਮਿਲੇ ਹੀ ਨਹੀਂ ਉਦੋਂ ਜਿੱਦਣ ਉਹ ਫੜਾਇਆ ਜਾਂ ਬਾਕੀ ਕੀਤਾ। ਉਹ ਉਹਨਾਂ ਦੇ ਕੋਈ OSD ਜਾਂ ਪੋਲੀਟੀਕਲ ਸੈਕਟਰੀ ਜਾਂ ਹੋਰ ਉਹਨਾਂ ਨੇ ਕਿਹਾ, ਇੱਕ DSP ਆ ਗਿਆ, ਕਹਿੰਦੇ ਉਹ ਕਹਿ ਰਿਹਾ ਜੀ ਚਲੋ ਜੀ ਹੁਣ ਤੁਸੀਂ ਅਜੇ ਤੁਹਾਨੂੰ ਰੋਕਣ ਲਈ ਕਿਹਾ, ਤੁਹਾਡਾ ਰਿਸ਼ਤੇਦਾਰ ਫਲਾਣਾ ਕਰਦਾ, ਦੋਨਾਂ ਨੂੰ ਅਰੈਸਟ ਕਰ ਲਿਆ। ਸ਼ਾਇਦ ਇਸੇ ਵਜ੍ਹਾ ਕਰਕੇ ਸਰਕਾਰ ਚੁੱਪ ਹੈ ਮੁੜ ਕੇ ਤੇ ਉਹ ਸਾਰੀਆਂ ਤੁਹਾਡੀਆਂ ਮੀਟਿੰਗਾਂ 'ਚ ਵੀ ਆ ਰਹੀ ਹੈ ਫਲਾਣੇ। ਇਹੀ ਗੱਲ ਸਰਾਰੀ ਦੇ ਮਾਮਲੇ 'ਚ, ਸਰਾਰੀ ਦੀ ਆਡੀਓ ਤੁਹਾਡੇ ਸਾਹਮਣੇ ਆਈ ਹੈ, ਤੇ ਜਿਹੜਾ ਬੰਦਾ ਕਹਿ ਰਿਹਾ ਕਿ ਮੈਨੂੰ ਕਰਪਸ਼ਨ ਨਹੀਂ ਕਰ ਰਿਹਾ ਉਹ ਵੀ ਹੈ। ਦੋਏ ਪਹਿਲੂ ਤੇ ਪਾਰਟੀ ਲੈਵਲ ਤੇ ਵੀ ਸਰਕਾਰ ਲੈਵਲ ਤੇ ਤੁਸੀਂ ਦੋ ਮਾਮਲਿਆਂ ਦਾ ਜ਼ਿਕਰ ਕੀਤਾ, ਸਰਾਰੀ ਵਾਲਾ ਵੀ ਵਿਜੇ ਸਿੰਗਲੇ ਵਾਲਾ ਵੀ। ਪਾਰਟੀ ਲੈਵਲ ਤੇ ਸੁੱਚਾ ਸਿੰਘ ਛੋਟੇਪੁਰ ਵਾਲਾ ਮਾਮਲਾ ਉਸੇ ਤਰ੍ਹਾਂ ਪਿਆ, ਉਹ ਅਜੇ ਤੱਕ ਨਹੀਂ। ਸੋ ਉਸੇ ਤਰ੍ਹਾਂ ਪਿਆ। ਇਸੇ ਲਈ ਜਾਣਨਾ ਚਾਹੁੰਦਾ ਭਾਜੀ ਕਿ ਕੀ ਆ ਸਾਰਾ ਸਿਸਟਮ ਜੋ ਬਣਦਾ ਜਾ ਰਿਹਾ ਕਿ ਤਾਲਮੇਲ ਨਹੀਂ, ਇੱਕ ਦੂਜੇ ਖਿਲਾਫ ਖੁੱਲੀਆਂ ਚਿੱਠੀਆਂ, ਜਨਤਕ ਇੱਕ ਦੂਸਰੇ ਤੇ ਟਿੱਪਾ ਟਿੱਪਣੀ ਜਾਂ ਦੂਰੀਆਂ ਜਾਂ ਦਿੱਲੀ ਦੀ ਦਖਲ ਵਾਲਾ ਮਾਮਲਾ, ਇਹਦੇ ਨਾਲ ਲੋਕਾਂ ਦੇ ਕੰਮਾਂ ਤੇ ਫਿਰ ਅਸਰ ਪਊਗਾ। ਇਹਦਾ ਫਿਰ ਹੱਲ ਕੀ ਹੈ? ਕਿਵੇਂ ਪ੍ਰਸ਼ਾਸਨ ਔਰ ਸਰਕਾਰ 'ਚ ਤਾਲਮੇਲ ਬੈਠੇ ਕਿਵੇਂ ਤਾਂ ਕਿ ਆਮ ਜਨਤਾ ਦਾ ਕੰਮ ਪ੍ਰਭਾਵਿਤ ਨਾ ਹੋਵੇ? ਇੱਕ ਹੈਗਾ ਉਹਨਾਂ ਦਾ ਪਾਰਟੀ ਸਟਰਕਚਰ, ਉਹਦੇ 'ਚ ਕੀ ਆ, ਉਹ ਪਾਰਟੀ ਵਾਲੇ ਲੜਨ, ਪਾਰਟੀ ਬਣਾਉਣ ਜਾਂ ਜਿਸ ਤਰੀਕੇ ਨਾਲ ਕਰਨਾ ਉਸ ਤਰੀਕੇ ਦੀ ਗੱਲ ਹੈ। ਇੱਕ ਜਦੋਂ ਤੁਸੀਂ ਸਰਕਾਰ 'ਚ ਆ ਕੇ ਸਰਕਾਰੀ ਤਾਕਤ ਵਰਤ ਕੇ ਉਹ ਚੀਜ਼ਾਂ ਕਰਦੇ ਹੋ ਤਾਂ ਉਹਦਾ ਲਾਜ਼ਮੀ ਮਤਲਬ ਇਹ ਬਣ ਜਾਂਦਾ ਹੁੰਦਾ ਕਿ ਤੁਹਾਡਾ ਫਿਰ ਜਿਹੜਾ ਇੱਕ ਪ੍ਰਸ਼ਾਸਨਿਕ ਢਾਂਚਾ, ਜਿਹੜਾ ਤੁਸੀਂ ਕਹਿੰਦੇ ਸੀ ਸੁਧਾਰ ਲਿਆਵਾਂਗੇ, ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਬਾਕੀ ਤਾਂ ਛੱਡੋ, ਗਵਰਨੈਂਸ 'ਚ ਤਾਂ ਦਿਖਾਈ ਦੇਣਾ ਚਾਹੀਦਾ ਨਾ, ਪ੍ਰਸ਼ਾਸਨਿਕ ਜਿਹੜਾ ਕੰਮਕਾਜ 'ਚ, ਔਰ ਉਹਦੇ 'ਚ ਕੋਈ ਟਾਈਮ ਬਾਉਂਡ ਕੋਈ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਔਰ ਇੰਨੇ ਸਮੇਂ 'ਚ ਹੋ ਜਾਏਗਾ, ਇੰਨੇ ਸਮੇਂ 'ਚ ਉਸ ਲਈ ਤੁਹਾਨੂੰ ਕੋਈ ਪਾਲਿਸੀ ਜਾਂ ਲਾਅ ਕਾਨੂੰਨ ਲਿਆਉਣਾ ਚਾਹੀਦਾ। ਜ਼ੁਬਾਨੀ ਤੌਰ ਤੇ ਤੁਸੀਂ ਕਹਿੰਦਾ ਇੰਨੇ ਦਿਨਾਂ 'ਚ ਹੋ ਜਾਣਾ ਚਾਹੀਦਾ। ਹੁਣੇ ਚੀਫ ਸੈਕਟਰੀ ਨੇ ਮੀਟਿੰਗ ਕੀਤੀ ਹੈ, ਪਹਿਲਾਂ ਚੀਫ ਸੈਕਟਰੀ ਨੇ ਇੱਕ ਵਾਰ ਮੀਟਿੰਗ ਕੀਤੀ ਵੀ ਜੇ ਇਹ 48 ਘੰਟਿਆਂ ਤੋਂ ਅੱਗੇ ਟੱਪ ਗਿਆ ਜਾਂ ਤੁਸੀਂ ਰਿਜੈਕਟ ਕਰੋ ਜਾਂ ਹਾਂ ਕਰੋ, ਜਿਹੜਾ ਉਹ ਮਤਲਬ ਜਾਂਚ ਕਰਾਉਣ ਦੀ ਮਨਜ਼ੂਰੀ ਲੈਣੀ ਹੁੰਦੀ ਹੈ, NOC ਲੈਣੀ ਹੁੰਦੀ ਹੈ। ਤੀਜੀ ਮੀਟਿੰਗ ਹੋ ਗਈ, ਉੱਥੇ ਹੀ ਖੜੀ ਹੈ ਗੱਲ ਕਿ ਭਾਈ ਤੁਸੀਂ ਦਿੰਦੇ ਕਿਉਂ ਨਹੀਂ, ਹੁਣ ਅਸੀਂ ਐਂ ਕਰਾਂਗੇ। ਜਦ ਬਾਰ-ਬਾਰ ਹੁਣ ਅਸੀਂ ਐਂ ਕਰਾਂਗੇ ਕਰੀ ਜਦੋਂ ਕਰਦੇ ਹੈ ਨਹੀਂ ਤਾਂ ਆਟੋਮੈਟਿਕਲੀ ਇਹ ਹੁੰਦਾ ਕਿ ਕੰਮ ਹੋਣੋਂ ਬੰਦ ਹੋ ਜਾਂਦੇ ਨੇ। ਹੁਣ ਜਾਂ ਤਾਂ ਬਿਊਰੋਕ੍ਰੇਸੀ ਤੁਹਾਡੇ ਕੰਟਰੋਲ 'ਚ ਨਹੀਂ ਹੈ, ਜਾਂ ਤੁਹਾਡੀ ਬਿਊਰੋਕ੍ਰੇਸੀ ਤੋਂ ਅੱਗੇ ਫਿਰ ਬਾਕੀ ਦੇ ਮੁਲਾਜ਼ਮ ਉਹਦੇ ਕੰਟਰੋਲ 'ਚ ਨਹੀਂ ਹੈ, ਤੇ ਜਾਂ ਸਾਰੇ ਹੀ ਰਲ ਮਿਲ ਕੇ ਨਿਰਉਤਸਾਹਿਤ ਹੋ ਜਾਂਦੇ ਨੇ ਵੀ ਭਾਈ ਆਪਾਂ ਕੀ ਕਰਨਾ, ਛੱਡੋ ਚੱਲਣ ਦੋ ਜਿਵੇਂ ਚੱਲਦਾ, ਕੀ ਕਰਨਾ। ਇਹਦੇ ਲਈ ਮਤਲਬ ਅਜੇ ਵੀ ਇੰਨੇ 8-9 ਮਹੀਨੇ ਹੋ ਗਏ, 9 ਮਹੀਨੇ ਤੇ ਹਜੇ ਲੱਗ ਨਹੀਂ ਰਿਹਾ ਕਿ ਕੋਈ ਸਮੂਥ ਤਰੀਕਾ ਬਣ ਪਾ ਰਿਹਾ। ਪਹਿਲੇ ਤਾਂ ਕੁਝ ਮਹੀਨੇ ਚਲੋ ਬੰਦਾ ਦਿੰਦੇ ਨੇ ਲੋਕ ਕਿ ਅਜੇ ਸੈੱਟ ਹੋ ਜਾਓ, ਜਾਣ ਲਓ, ਪ੍ਰਸ਼ਾਸਨਿਕ ਜਾਣ ਲਓ, ਤਾਂ ਬਾਕੀ 9 ਮਹੀਨੇ ਤੋਂ ਉੱਪਰ ਦਾ ਸਮਾਂ ਹੋਣਾ ਬਹੁਤ ਹੈ। ਜਿਹੜੇ ਇਹ ਇੱਕ ਹਰ ਮਨੁੱਖ ਦੀ ਸ਼ਾਇਦ ਇੱਛਾ ਵੀ ਐਂ ਜੇ ਵੀ ਹੁੰਦੀ ਹੈ ਕਿ ਉਹ ਪਬਲਿਕਲੀ ਮਜਮਾ ਲਾ ਕੇ ਜੇ 2-4 ਨੂੰ ਡੰਡ ਡਪਟ ਕਰ ਸਕਦਾ, ਬੱਲੇ ਬੱਲੇ ਕਰਾ ਸਕਦਾ, ਵੀ ਕਮਾਲ ਕਰਤੀ, ਉਹ ਇੱਕ ਅਲੱਗ ਗੱਲ ਹੈ। ਔਰ ਮੈਨੂੰ ਲੱਗਦਾ ਕਿ ਇਹ ਤਹਿਸੀਲਦਾਰਾਂ ਦਾ ਐਲੀਗੇਸ਼ਨ ਹੈ, ਤੇ ਜਿਹੜੇ ਮਿਨਿਸਟਰ ਨੇ NRI ਉਹ ਆਪਣਾ ਕੋਈ ਇਹਦੇ ਤੇ ਪੱਖ ਰੱਖਣਗੇ। ਔਰ ਕੀ ਹੈ ਕੀ ਕਹਿ ਗੱਲ, ਜਦੋਂ ਕੋਈ ਜਨਤਕ ਗੱਲ ਹੋ ਜਾਂਦੀ ਹੈ ਤਾਂ ਉਹਨੂੰ ਹੌਲੀ ਹੌਲੀ ਲੋਕ ਕਿਤੇ ਨਾ ਕਿਤੇ ਉਹ ਚਲੀ ਜਾਂਦੀ ਹੈ, ਹੌਲੀ ਹੌਲੀ ਲੋਕਾਂ ਨੂੰ ਜਵਾਬਦੇਹ ਤਾਂ ਹੋਣਾ ਹੀ ਪੈਂਦਾ, ਜਵਾਬਦੇਹ ਹੋਣਾ ਪੈਂਦਾ। ਬਿਲਕੁਲ। ਸੋ ਇਸ ਲਈ ਇਸ ਮੌਕੇ ਚਾਹੇ ਅਫਸਰ ਹੋਣ, ਚਾਹੇ ਅਧਿਕਾਰੀ ਹੋਣ, ਚਾਹੇ ਮੰਤਰੀ ਹੋਣ, ਚਾਹੇ ਸਰਕਾਰ ਹੋਵੇ, ਉਹਨਾਂ ਨੂੰ ਜਵਾਬਦੇਹ ਬਣਨਾ ਪਵੇਗਾ। ਜਿਵੇਂ ਹਮੀਰ ਸਿੰਘ ਭਾਜੀ ਹੋਰੀ ਕਹਿ ਰਹੇ ਸੀਗੇ ਕਿ ਸਾਰੇ ਪਹਿਲੂਆਂ ਦੇ ਉੱਤੇ ਕੋਈ ਸਮਾਂ ਹੱਦ ਤਾਂ ਹੋਵੇ, ਕੋਈ ਚੈੱਕ ਪੁਆਇੰਟ ਤਾਂ ਹੋਵੇ, ਕੋਈ ਜਾਂਚ ਤਾਂ ਹੋਵੇ, ਕੋਈ ਉਸੇ ਨਤੀਜੇ ਤੱਕ ਜਾਣ ਦੀ ਪਹਿਲੂ ਤਾਂ ਹੋਵੇ। ਸੋ ਇਹ ਸਾਰਿਆਂ ਦੇ ਵਿੱਚ ਇੱਕ ਪਹਿਲੂ ਝਲਕਦਾ ਕਿ ਸਰਕਾਰ ਔਰ ਪ੍ਰਸ਼ਾਸਨ ਦਾ, ਮੰਤਰੀਆਂ ਦਾ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਆਪਸੀ ਤਾਲਮੇਲ ਨਹੀਂ ਆ, ਜਿਹਦਾ ਨਤੀਜਾ ਪੰਜਾਬ ਨੂੰ ਨੁਕਸਾਨ ਹੋਣਾ, ਸੂਬੇ ਦੇ ਆਵਾਮ ਨੂੰ ਨੁਕਸਾਨ ਹੋਣਾ। ਉਹਦੇ ਉੱਤੇ ਗੰਭੀਰਤਾ ਨਾਲ ਗੌਰ ਕਰਨ ਦੀ ਲੋੜ ਹੈ। ਇਸ ਲਈ ਅਸੀਂ ਅੱਜ ਇਹ ਮਾਲ ਵਿਭਾਗ ਦੀ ਇੱਕ ਖੁੱਲੀ ਚਿੱਠੀ ਦੇ ਹਵਾਲੇ ਨਾਲ ਚਰਚਾ ਲੈ ਕੇ ਹਾਜ਼ਰ ਸੀ। ਤੁਸੀਂ ਦੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਧੰਨਵਾਦ।